ਚੜ੍ਹਦੀ ਜਵਾਨੀ ਦੇ 20 ਸਾਲ ਪਤਾ ਹੀ ਨਹੀਂ ਲੱਗਿਆ ਕਦੋਂ ਮੌਜ ਮਸਤੀ ਵਿੱਚ ਹਵਾ ਹੋ ਗਏ। ਫਿਰ ਘਰੋਂ ਜ਼ੋਰ ਪਿਆ ਅਤੇ ਸ਼ੁਰੂ ਹੋਇਆ ਰੁਜ਼ਗਾਰ ਲੱਭਣ ਦਾ ਨਾ ਮੁੱਕਣ ਵਾਲਾ ਸੰਘਰਸ਼। ਚੰਗੀ ਮਾੜੀ, ਕੱਚੀ ਪੱਕੀ, ਸਰਕਾਰੀ ਪ੍ਰਾਈਵੇਟ, ਜਿਹੜੀ ਮਰਜ਼ੀ ਮਿਲੇ ਪਰ ਮਿਲ ਜੇ। ਇਸ ਗਦੀ ਗੇਟ 'ਚੋਂ ਲੰਘਦੇ ਹੋਏ ਨੂੰ ਮਿਲਿਆ ਤਨਖਾਹ ਦਾ ਪਹਿਲਾ ਚੈੱਕ, ਜਦੋਂ ਪਹਿਲੀ ਵਾਰ ਬੈਂਕ ਵਿੱਚ ਜਮ੍ਹਾਂ ਹੋ ਗਿਆ। ਅਤੇ ਫਿਰ ਸ਼ੁਰੂ ਹੋ ਗਈ ਬੈਂਕ ਅਕਾਊਂਟ ਵਿੱਚ ਸਿਫਰਾਂ ਜੋੜਨ ਦੀ ਨਾ ਮੁੱਕਣ ਵਾਲੀ ਮੱਸਿਆ ਦੀ ਕਾਲੀ ਰਾਤ। ਰੋਜ਼ ਸਵੇਰੇ ਇਹ ਸੋਚ ਕੇ ਉੱਠਦਾ ਕਿ ਅੱਜ ਕੋਈ ਐਸਾ ਕੰਮ ਕਰਨਾ ਹੈ ਅਤੇ ਬੈਂਕ ਵਿੱਚ ਪਈ ਪੂੰਜੀ ਦੇ ਸੱਜੇ ਪਾਸੇ ਇੱਕ ਸਿਫਰ ਹੋਰ ਜੁੜ ਜਾਵੇ। ਇਸੇ ਚੱਕਰ ਵਿੱਚ ਯਾਰਾਂ ਦੋਸਤਾਂ 27 ਸਾਲ ਪੂਰੇ ਹੋਣ ਵਾਲਾ ਕੇਕ ਕੱਟ ਦਿੱਤਾ। ਫਿਰ ਵਿਹੜੇ ਵਿਆਹ ਦਾ ਗੌਣ ਧਰਿਆ ਗਿਆ। ਨੌਕਰੀ ਕਰਦੀ ਚੰਨ ਵਰਗੀ ਵਹੁਟੀ ਨੇ ਆਣ ਘਰ ਦੀਆਂ ਬਰੂਹਾਂ ਟੱਪੀਆਂ। ਖੁਸ਼ੀ ਹੋਰ ਦੂਣੀ ਸਵਾਈ ਹੋ ਗਈ, ਕਿਉਂਕਿ ਸੱਜੇ ਪਾਸੇ ਵਾਲੀਆਂ ਸਿਫਰਾਂ ਹੋਰ ਦੁੱਗਣੀ ਰਫ਼ਤਾਰ ਨਾਲ ਵਧਣੀਆਂ ਸ਼ੁਰੂ ਹੋ ਗਈਆਂ। ਪਹਿਲੇ 4-5 ਸਾਲ ਖੁਸ਼ੀਆਂ ਖੇੜਿਆਂ ਦੇ ਪਰੀ ਲੋਕ ਵਿੱਚ ਘੁੰਮਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਨਿਕਲ ਗਏ। ਫਿਰ ਵਿਹੜੇ ਵਿੱਚ ਇੱਕ ਬੱਚੇ ਦੀ ਕਿਲਕਾਰੀ ਗੂੰਜੀ। ਲੱਗਾ 7 ਜਹਾਨਾਂ ਦੀ ਖੁਸ਼ੀ ਝੋਲੀ ਪੈ ਗਈ ਏ। ਸਾਰਾ ਕੁਝ ਨਿਆਣੇ ਦੇ ਪੰਘੂੜੇ 'ਤੇ ਕੇਂਦਰਿਤ ਹੋ ਗਿਆ। ਇਕੱਠੇ ਖਾਣਾ ਪੀਣਾ, ਬੋਲਣਾ, ਗੱਲਾਂ ਕਰਨੀਆਂ, ਦੁੱਖ ਸੁੱਖ, ਸਾਰਾ ਕੁਝ ਬਹੁਤ ਹੱਦ ਤੱਕ ਘੱਟ ਜਿਹਾ ਗਿਆ। ਗੱਡੀ ਤੇ ਘਰ ਦੀਆਂ ਕਿਸ਼ਤਾਂ, ਸਕੂਲ ਦੀਆਂ ਫੀਸਾਂ, ਪਾਰਟੀਆਂ ਦੇ ਖਰਚੇ ਅਤੇ ਉੱਤੋਂ ਬੈਂਕ ਵਿੱਚ ਸਿਫਰਾਂ ਵਧਾਉਣ ਵਾਲਾ ਕਦੇ ਨਾ ਮੁੱਕਣ ਵਾਲਾ ਗੇੜ। ਕੰਮ ਦੀ ਭੱਠੀ ਵਿੱਚ ਉਸ ਦਾ ਸੂਹੇ ਰੰਗਾ ਜੋਵਨ ਵੀ ਧੁਆਖਿਆ ਜਿਹਾ ਗਿਆ। ਮੈਂ ਕੋਲੂ ਦੇ ਬੈਲ ਬਣਿਆ ਸਵੇਰੇ ਘਰੋਂ ਨਿਕਲਦਾ ਅਤੇ ਹਨੇਰੇ ਹੋਏ ਲਾਸ਼ ਬਣ ਘਰ ਮੁੜਦਾ। ਫਿਰ ਇਸੇ ਜਾਗੋ ਮਿੱਟੀ ਵਿੱਚ ਪਤਾ ਹੀ ਨਹੀਂ ਲੱਗਿਆ ਕਦੋਂ ਜ਼ਿੰਦਗੀ ਦੇ 37 ਵਰ੍ਹੇ ਇਤਿਹਾਸ ਹੋ ਗਏ। ਘਰ ਵਿੱਚ ਹਰ ਸੁੱਖ ਸਹੂਲਤ ਮੌਜੂਦ ਸੀ, ਪਰ ਫਿਰ ਵੀ ਸਵੇਰੇ ਫਿਕਰਾਂ ਦੀ ਪੰਡ ਲੈ ਉੱਠਦਾ ਅਤੇ ਰਾਤ ਸੋਚਾਂ ਦੇ ਬੱਦਲ ਕਿੰਨੀ ਦੇਰ ਨੀਂਦਰ ਨਾ ਪੈਣ ਦਿੰਦੇ। ਕਈ ਵਾਰ ਬਿਨਾਂ ਗੱਲ ਤੋਂ ਸ਼ੁਰੂ ਹੁੰਦੀ ਆਪਸੀ ਬਹਿਸ ਵੱਡੇ ਝਗੜੇ ਵਿੱਚ ਬਦਲ ਜਾਂਦੀ। ਫਿਰ ਬੋਲਚਾਲ ਘਟਦੀ ਗਈ ਅਤੇ ਅੰਦਰ ਦਾ ਖਾਲੀਪਣ ਵੱਧਦਾ ਗਿਆ। ਉਹ ਗੱਲ-ਗੱਲ 'ਤੇ ਚਿੜ ਜਾਂਦੀ ਅਤੇ ਮੈਂ ਗ੍ਰਸਤੀ ਦੀ ਗੱਡੀ ਲਈ ਲੀਹੇ ਪਈ ਰਹਿਣ ਖਾਤਰ ਚੁੱਪ ਵੱਟਣ ਦੀ ਆਦਤ ਜਿਹੀ ਪਾ ਲਈ। ਅਚਾਨਕ ਵਿਆਹ ਦੀ 10ਵੀਂ ਵਰ੍ਹੇਗੰਢ ਵੀ ਰੇਲ ਦੇ ਨਿੱਕੇ ਜਿਹੇ ਸਟੇਸ਼ਨ ਵਾਂਗ ਆਈ ਅਤੇ ਲੰਘ ਗਈ। ਨਿੱਕਾ ਬਾਲ ਹੁਣ ਸਿਆਣਾ ਹੋ ਗਿਆ, ਪਰ ਉਹ ਵੀ ਕੁਝ ਆਪਣੇ ਆਪ ਵਿੱਚ ਰਹਿਣ ਲੱਗ ਪਿਆ। ਪਰ ਮਿੱਠੀ ਜਿਹੀ ਤਸੱਲੀ ਇਹ ਸੀ ਕਿ ਬੈਂਕ ਦੀਆਂ ਸਿਫਰਾਂ ਅਜੇ ਵੀ ਪੂਰੀ ਰਫ਼ਤਾਰ ਨਾਲ ਵੱਧ ਰਹੀਆਂ ਸਨ। ਇੱਕ ਦਿਨ ਇਕੱਲਾ ਬੈਠਾ ਪੁਰਾਣੇ ਦਿਨ ਯਾਦ ਕਰਦੇ ਨੇ ਕੋਲੋਂ ਲੰਘਦੀ ਨਾਲ ਦੀ ਦਾ ਹੱਥ ਫੜ ਲਿਆ। ਆਖਿਆ ਕਿ ਆ ਘੜੀ ਕੁ ਲਈ ਮੇਰੇ ਕੋਲ ਬੈਠ, ਗੱਲਾਂ ਕਰੀਏ, ਦੁੱਖ ਸੁੱਖ ਫਰੋਲੀਏ, ਅਤੇ ਨਾਲ ਹੀ ਗੁਜ਼ਾਰਿਸ਼ ਕੀਤੀ ਕਿ ਚੱਲ ਅੱਜ ਬਾਹਰ ਕਿਧਰੇ ਚੱਲਦੇ ਹਾਂ, ਇਸ ਰੌਲੇ ਰੱਪੇ ਤੋਂ ਦੂਰ, ਇਕਾਂਤ ਵਿੱਚ ਸੋਹਣੇ ਰੱਬ ਦੀ ਕੁਦਰਤ ਦਾ ਆਨੰਦ ਮਾਣਦੇ ਹਾਂ। ਅੱਗੋਂ ਖਿਜੀ ਹੋਈ ਨੇ ਮੁੜਕਾ ਪੂੰਝਿਆ ਅਤੇ ਆਖਣ ਲੱਗੀ, ਸਕੂਲ ਦੇ ਪੇਪਰਾਂ ਦਾ ਢੇਰ ਕੌਣ ਚੈੱਕ ਕਰੂ? ਮੈਥੋਂ ਨਹੀਂ ਕਰਾਈ ਜਾਂਦੀ ਰੋਜ਼ ਦੀ ਕੁੱਤੇ ਖਾਣੀ। ਸਾਰਾ ਕਿਚਨ ਠੀਕ ਹੋਣ ਵਾਲਾ ਪਿਆ ਹੈ ਅਤੇ ਤੁਹਾਨੂੰ ਰੋਮਾਂਸ ਸੁੱਝ ਰਿਹਾ। ਗੁੱਸੇ ਨਾਲ ਹੱਥ ਛੁਡਾਇਆ ਅਤੇ ਤੁਰਦੀ ਬਣੀ ਅਤੇ ਮੇਰਾ ਨਿੱਕਾ ਜਿਹਾ ਸੁਪਨਾ ਚਕਨਾਚੂਰ ਹੋ ਗਿਆ। ਫਿਰ ਚਿੱਠੀ ਵੰਡਦੇ ਡਾਕੀਏ ਵਾਂਗ ਇੱਕ ਦਿਨ ਜ਼ਿੰਦਗੀ ਦੇ 45ਵੇਂ ਸਾਲ ਨੇ ਆ ਦਸਤਕ ਦਿੱਤੀ। ਐਨਕ ਲੱਗ ਗਈ, ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੇ ਢੇਰ ਲੱਗ ਗਏ। ਕਿਸੇ ਵੇਲੇ ਅੰਗੂਰੀ ਭਾਅ ਮਾਰਦੀ ਚਮੜੀ ਕਿਸ਼ਮਿਸ਼ ਦਾ ਮੇਵਾ ਬਣਨੀ ਸ਼ੁਰੂ ਹੋ ਗਈ। ਨਾਲ ਹੀ ਸ਼ੁਰੂ ਹੋ ਗਏ ਡਾਕਟਰਾਂ ਦੇ ਨਾ ਮੁੱਕਣ ਵਾਲੇ ਚੱਕਰ। ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ ਅਤੇ ਡਾਈਟਿੰਗ ਦੇ ਝਮੇਲਿਆਂ ਨਾਲ ਗੂੜ੍ਹੀ ਪੱਕੀ ਸਾਂਝ ਪੈ ਗਈ। ਫਿਰ ਅਜੇ ਬੇਟੇ ਦਾ ਕਾਲਜ ਮੁੱਕਿਆ ਹੀ ਸੀ ਕਿ ਇੱਕ ਦਿਨ ਬੂਹਾ ਖੜਕਿਆ। ਡਾਕੀਆ ਸੀ। ਆਖਦਾ, ਮੂੰਹ ਮਿੱਠਾ ਕਰਾਓ ਜੀ, ਬੀਜਾ ਲੱਗ ਗਿਆ ਕਾਕੇ ਦਾ। ਮੇਰੇ ਅੰਦਰ ਦਾ ਰੁੱਗ ਭਰਿਆ ਗਿਆ, ਪਰ ਬਾਹਰੋਂ ਪਲਾਸਟਿਕ ਸਮਾਈਲ। ਫਿਰ ਉਹ ਵੀ ਇੱਕ ਦਿਨ ਖੰਭ ਖਿਲਾਰ 7 ਸਮੁੰਦਰ ਪਾਰ ਉਡਾਰੀ ਮਾਰ ਗਿਆ। ਵਿਹੜਾ ਸੁੰਨਾ ਹੋ ਗਿਆ ਅਤੇ ਜਿਸ ਵਿਹੜੇ ਵਿੱਚ ਉਸ ਦੀ ਪਹਿਲੀ ਕਿਲਕਾਰੀ ਵੱਜੀ ਸੀ, ਉਹ ਖਾਣ ਨੂੰ ਪੈਂਦਾ। ਦਿਲ ਵਿੱਚ ਧੂਹ ਜਿਹੀ ਪਾਉਣ ਲੱਗਾ। ਫਿਰ ਦੋਨੋਂ 50-55 ਵਾਲੇ ਗੇੜ ਵਿੱਚ ਪੈ ਗਏ। ਬੈਂਕਾਂ ਵਿੱਚ ਕਿੰਨੀਆਂ ਸਿਫਰਾਂ ਹੋ ਗਈਆਂ ਸਨ।
ਇਹ ਜਾਣਨ ਦੀ ਜਿਗਿਆਸਾ ਵੀ ਜਾਂਦੀ ਰਹੀ। ਡਾਕਟਰਾਂ ਖਾਣ ਪੀਣ ਦੀ ਮਨਾਹੀ ਕਰ ਦਿੱਤੀ। ਗਲੀ ਵੱਲ ਖੁੱਲ੍ਹਦੀ ਬਾਰੀ ਕੋਲ ਬੈਠੇ ਅਸੀਂ ਦੋਨੇ ਸਾਰਾ ਦਿਨ ਬਸ ਬਾਹਰ ਖੇਡਦੇ ਨਿਆਣਿਆਂ ਵਿੱਚ ਆਪਣਾ ਗੁਆਚਿਆ ਹੋਇਆ ਮਿੱਟੀ ਦਾ ਬਾਵਾ ਲੱਭਦੇ ਰਹਿੰਦੇ ਅਤੇ ਇਸੇ ਲੁੱਕਣ ਮਿੱਟੀ ਵਿੱਚ ਪਤਾ ਹੀ ਨਾ ਲੱਗਦਾ ਕਦੋਂ ਸ਼ਾਮਾਂ ਪੈ ਜਾਂਦੀਆਂ। ਫਿਰ ਇੱਕ ਦਿਨ ਫੋਨ ਦੀ ਘੰਟੀ ਵੱਜੀ। ਦੌੜ ਕੇ ਫੋਨ ਚੁੱਕਿਆ। ਦੂਜੇ ਪਾਸੇ ਸਾਡੇ ਸੁਪਨਿਆਂ ਦਾ ਸੌਦਾਗਰ ਸੀ। ਅਜੇ ਹਾਲ ਚਾਲ ਪੁੱਛ ਹੀ ਰਿਹਾ ਸਾਂ ਕਿ ਗੱਲ ਵਿਚਾਲਿਓਂ ਕੱਟ ਦਿੱਤੀ ਅਤੇ ਦੱਸਣ ਲੱਗਾ, ਡੈਡ ਮੈਂ ਵਿਆਹ ਕਰਵਾ ਲਿਆ ਏ। ਗੋਰੀ ਹੈ ਪਰ ਸੁਭਾਅ ਦੀ ਬੜੀ ਚੰਗੀ ਹੈ। ਹੁਣ ਬਾਕੀ ਜ਼ਿੰਦਗੀ ਇੱਥੇ ਹੀ ਰਹੂੰ। ਬੈਂਕਾਂ ਵਾਲੀਆਂ ਸਿਫਰਾਂ ਕਿਸੇ ਅਨਾਥ ਆਸ਼ਰਮ ਨੂੰ ਦਾਨ ਕਰ ਦੇਣਾ, ਕਿਉਂਕਿ ਮੈਨੂੰ ਹੁਣ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈ। ਅਤੇ ਜੇ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਵੀ ਉੱਥੇ ਹੀ ਭਰਤੀ ਹੋ ਜਾਇਓ, ਵਾਪਸ ਆਉਣ ਲਈ ਮਜਬੂਰ ਨਾ ਕਰਿਓ। ਐਡੀ ਵੱਡੀ ਗੱਲ ਸਹਿਜ ਸੁਭਾਅ ਹੀ ਕਰ ਗਿਆ। ਫੋਨ ਹੱਥੋਂ ਛੁੱਟ ਗਿਆ। ਲੱਗਿਆ ਕੋਈ ਆਪਣੇ ਭਰੇ ਬਾਜ਼ਾਰ ਲੁੱਟ-ਪੁੱਟ ਨੰਗਾ ਕਰ ਸੁੱਟ ਕੇ ਚਲਾ ਗਿਆ ਹੋਵੇ। ਨਾਲ ਦੀ ਨੂੰ ਆਵਾਜ਼ ਮਾਰੀ। ਪਾਠ ਕਰਦੀ ਹੋਈ ਨੱਸੀ ਆਈ। ਕਹਿੰਦੀ, ਕੀ ਹੋਇਆ? ਕਿਸ ਦਾ ਫੋਨ ਸੀ? ਅੱਗੋਂ ਆਖਿਆ, ਕਿਸੇ ਦਾ ਨਹੀਂ। ਫਿਰ ਹੱਥ ਫੜ ਤਰਲਾ ਜਿਹਾ ਕੀਤਾ ਕਿ ਚੱਲ ਅੱਜ ਬਾਹਰ ਚੱਲੀਏ ਕਿਤੇ, ਇਸ ਰੌਲੇ ਰੱਪੇ ਅਤੇ ਖੁਦਗਰਜ਼ੀ ਦੇ ਰੇਗਿਸਤਾਨ ਤੋਂ ਕੋਹਾਂ ਦੂਰ। ਅਜੇ ਗੱਲ ਕਰ ਹੀ ਰਿਹਾ ਸਾਂ ਕਿ ਮੈਨੂੰ ਆਪਣਾ ਸਰੀਰ ਠੰਡਾ ਹੁੰਦਾ ਜਾਪਿਆ। ਮੇਰਾ ਠੰਡਾ ਸੀਤ ਹੁੰਦਾ ਸਿਰ ਆਪਣੇ ਮੋਢਿਆਂ 'ਤੇ ਰੱਖ ਅੱਥਰੂ ਵਗਾਉਂਦੀ ਹੋਈ ਆਖਣ ਲੱਗੀ, ਚਲੋ ਚੱਲੀਏ। ਕਿੱਥੇ ਚੱਲਣਾ ਹੈ? ਕਿੱਥੇ ਗੱਲਾਂ ਕਰਨੀਆਂ ਨੇ? ਚੱਲੋ ਵੀ, ਹੁਣ ਚੱਲਦੇ ਨਹੀਂ, ਬੋਲਦੇ ਨਹੀਂ। ਉਸਨੇ ਮੈਨੂੰ ਝੰਜੋੜਿਆ, ਪਰ ਮੈਂ ਤਾਂ ਕਦੇ ਦਾ ਉਸ ਦੀ ਬੁੱਕਲ ਵਿੱਚ ਪਿਆ ਹੋਇਆ ਸ਼ਾਂਤ ਹੋ ਚੁੱਕਾ ਸਾਂ। ਦੋਸਤੋ, ਇਹ ਹੈ ਮੇਰੀ ਸਿਫਰਾਂ ਦੀ ਗੁਲਾਮੀ। ਕਰਦਿਆਂ ਤੇ ਜ਼ਮੀਨ ਦੇ ਕਿੱਲੇ ਗਿਣਦਿਆਂ ਅੱਖਾਂ ਦੇ ਫੋਰ ਵਿੱਚ ਲੰਘ ਗਈ ਜ਼ਿੰਦਗੀ ਦਾ ਸਾਰ ਅੰਸ਼। ਇਹ ਜ਼ਿੰਦਗੀ ਤੁਹਾਡੀ ਆਪਣੀ ਖੁਦ ਦੀ ਹੈ ਅਤੇ ਇਸ ਦੇ ਮਾਪਦੰਡ ਵੀ ਤੁਸੀਂ ਖੁਦ ਹੀ ਤੈਅ ਕਰਨੇ ਨੇ। ਜ਼ਿੰਦਗੀ ਜਿਉਣ ਆਏ ਹੋ, ਕੱਟਣ ਨਹੀਂ। ਆਪਣੇ ਵਾਸਤੇ ਵੀ ਜਿਉਣਾ ਸਿੱਖੋ। ਇਹ ਸ਼ੁਰੂਆਤ ਅੱਜ ਤੋਂ ਨਹੀਂ ਬਲਕਿ ਹੁਣ ਤੋਂ ਹੀ ਕਰੋ, ਕਿਉਂਕਿ ਔਲਾਦ ਅੱਗੇ ਦੌਲਤ ਦੇ ਢੇਰ ਲਗਾ ਕੇ ਜਿਹੜਾ ਸੁਨਹਿਰੀ ਕੱਲ੍ਹ ਉਡੀਕਦੇ ਪਏ ਹੋ, ਕਦੇ ਵੀ ਨਹੀਂ ਆਵੇਗਾ, ਕਦੇ ਵੀ ਨਹੀਂ ਆਵੇਗਾ। ਸੋ ਮੁੱਕਦੀ ਗੱਲ, ਵਰਤਮਾਨ ਹੀ ਜ਼ਿੰਦਗੀ ਹੈ। ਬਾਕੀ ਤਾਂ ਬਸ ਕੰਧ 'ਤੇ ਟੰਗੇ ਕੈਲੰਡਰ ਦੀਆਂ ਉਹ ਤਰੀਕਾਂ ਨੇ, ਜਿਨ੍ਹਾਂ ਵਿੱਚੋਂ ਕੁਝ ਲੰਘ ਗਈਆਂ ਨੇ ਅਤੇ ਕੁਝ ਆਉਣ ਵਾਲੀਆਂ ਨੇ। ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੇ, ਪਤਾ ਨਹੀਂ ਸਵੇਰ ਦਾ, ਪਤਾ ਨਹੀਂ ਸਵੇਰ ਦਾ। ਧੰਨਵਾਦ।